ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮੋਨਿਕਾ ਵਰਮਾ। ਅੱਜ ਅਸੀਂ ਤੁਹਾਡੇ ਨਾਲ ਯੂਕੇ ਦੇ ਟੌਪਿਕ ਤੇ ਗੱਲ ਕਰ ਰਹੇ ਹਾਂ, ਜਿਹੜਾ ਟੌਪਿਕ ਹੈ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਸਾਡੀ ਫਾਈਲ ਦੇ ਵਿੱਚ ਕਿ ਯੂਕੇ ਵੀਜ਼ਾ ਕਿਉਂ ਰਿਫਿਊਜ਼ ਹੋ ਰਹੇ ਨੇ, ਕਿਹੜੇ ਕਾਰਨਾਂ ਕਰਕੇ ਰਿਫਿਊਜ਼ਲਸ ਆ ਰਹੀਆਂ ਨੇ ਐਂਡ ਜਿਹੜੇ ਲੋਕਾਂ ਦੇ ਵੀਜ਼ਾ ਆਏ ਵੀ ਹੈ ਉਹਨਾਂ ਦੇ ਵੀਜ਼ਾ ਕਿਉਂ ਕੈਂਸਲ ਹੋਏ ਨੇ। ਸੋ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਸਟੱਡੀ ਬੈਕਗਰਾਉਂਡ। ਯੂਕੇ ਦੇ ਲਈ ਜਦੋਂ ਅਸੀਂ ਅਪਲਾਈ ਕਰਨਾ ਹੈ, ਤੁਹਾਡੀ ਸਟੱਡੀ ਕੀ ਹੈ, ਤੁਹਾਡੀ ਸਟੱਡੀ ਦੇ ਵਿੱਚ ਗੈਪ ਕਿੰਨਾ ਹੈ, ਪਰਸੈਂਟੇਜ ਕਿੰਨੀ ਹੈ, ਕਿਹੜੇ ਬੋਰਡ ਤੋਂ ਤੁਸੀਂ ਪਾਸ ਆਊਟ ਹੋ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਫॉर एग्जाम्पल ਤੁਸੀਂ CBSE ICSE ਪਾਸ ਆਊਟ ਹੋ, 2017-18 ਪਾਸ ਆਊਟ ਹੋ, ਤਾਂ ਡੈਫੀਨੇਟਲੀ ਤੁਹਾਡੇ ਵੀਜ਼ਾ ਦੇ ਚਾਂਸਸ ਹਾਈ ਹੈ ਕਿਉਂਕਿ ਤੁਸੀਂ ਇੱਕ ਅੱਛੇ ਬੋਰਡ ਤੋਂ ਪੜ੍ਹੇ ਹੋ, ਇੰਗਲਿਸ਼ ਮੀਡੀਅਮ ਤੋਂ ਪੜ੍ਹੇ ਹੋ, ਉਹਦੇ ਨਾਲ ਤੁਹਾਡਾ ਲੈਵਲ ਜਿਹੜਾ ਇੱਕ ਅਪ ਦਿਖਦਾ ਹੈ। ਜਦੋਂ ਅਸੀਂ ਪੰਜਾਬ ਬੋਰਡ ਹਰਿਆਣਾ ਬੋਰਡ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਯੈਸ ਉਹਦੇ 'ਚ ਤੁਹਾਡੀ ਪਰਸੈਂਟੇਜ ਐਟਲੀਸਟ 50 ਫਸਟ ਡਿਵੀਜ਼ਨ ਹੋਣੀ ਚਾਹੀਦੀ ਹੈ ਐਂਡ ਉਹਦੇ ਨਾਲ ਤੁਹਾਡੇ ਇੰਗਲਿਸ਼ ਦੇ ਮਾਰਕਸ ਬਹੁਤ ਅੱਛੇ ਚਾਹੀਦੇ ਆ ਜੋ ਕਿ ਕਲਾਸ 12th ਦੇ ਕਾਊਂਟ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਸਾਡੀ ਅਕੈਡਮਿਕਸ ਆ ਗਏ। ਸੈਕਿੰਡ ਸਾਡੀ ਇੰਗਲਿਸ਼ ਲੈਂਗੁਏਜ ਐਬਿਲਿਟੀ। ਤੁਸੀਂ ਇੰਗਲਿਸ਼ ਲੈਂਗੁਏਜ ਐਬਿਲਿਟੀ ਨੂੰ ਕਿਸ ਤਰ੍ਹਾਂ ਫੁਲਫਿਲ ਕਰ ਰਹੇ ਹੋ। ਆਇਲਸ ਕੀਤਾ ਹੈ, UKVI ਆਇਲਸ ਕੀਤਾ ਹੈ ਜਾਂ PTE ਕਰਕੇ ਅਪਲਾਈ ਕਰ ਰਹੇ ਹੋ, ਡੁਓਲਿੰਗੋ ਕਰਕੇ ਅਪਲਾਈ ਕਰ ਰਹੇ ਹੋ ਜਾਂ ਫਿਰ ਤੁਸੀਂ ਵਿਦਆਊਟ ਆਇਲਸ ਹੀ ਅਪਲਾਈ ਕਰ ਰਹੇ ਹੋ ਆਪਣੇ ਇੰਗਲਿਸ਼ ਦੇ ਮਾਰਕਸ ਦੇ ਬੇਸਿਸ ਤੇ। ਇਹ ਸਾਰੀਆਂ ਚੀਜ਼ਾਂ ਹੀ ਇੱਕ ਰੋਲ ਪਲੇ ਕਰਦੀਆਂ ਨੇ ਤੁਹਾਡੇ ਵੀਜ਼ਾ ਦੇ ਵਿੱਚ। ਸਮਟਾਈਮ ਸਾਨੂੰ ਕੈਸ਼ ਤਾਂ ਮਿਲ ਜਾਂਦਾ ਹੈ ਬਟ ਫਿਰ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਕਿਉਂਕਿ ਸਾਡੇ ਇੰਗਲਿਸ਼ ਦੇ ਵਿੱਚ ਮਾਰਕਸ ਘੱਟ ਨੇ ਐਂਡ ਕੈਸ਼ ਲੈਟਰ ਤੁਹਾਨੂੰ ਦਿੱਤਾ ਗਿਆ ਡੁਓਲਿੰਗੋ ਦੇ ਬੇਸਿਸ ਤੇ। ਸੋ ਇਹ ਚੀਜ਼ਾਂ ਮੈਟਰ ਜ਼ਰੂਰ ਕਰਦੀਆਂ। ਆਪਣੀ ਫਾਈਲ ਨੂੰ ਸਟਰੋਂਗ ਬਣਾ ਕੇ ਹੀ ਫਾਈਲ ਲਗਾਓ, ਅਦਰਵਾਈਜ਼ ਕਿਤੇ ਵੀ ਕੋਈ ਪ੍ਰੋਬਲਮ ਆ ਸਕਦੀ ਹੈ। ਥਰਡ ਗੱਲ ਕਰਦੇ ਹਾਂ ਅਸੀਂ ਫਾਈਨੈਂਸ਼ੀਅਲ ਐਬਿਲਿਟੀ ਦੀ। ਜਦੋਂ ਅਸੀਂ ਫਾਈਨਾਂਸ ਦੀ ਗੱਲ ਕਰਦੇ ਹਾਂ ਤਾਂ ਤੁਹਾਡੇ ਫੰਡਸ ਜਿਹੜੇ ਹੈ ਜੈਨੂਇਨ ਫੰਡਸ ਹੋਣੇ ਚਾਹੀਦੇ ਹੈ। ਜੈਨੂਇਨ ਇਨ ਦਾ ਸੈਂਸ ਅਗਰ ਅਸੀਂ ਕਹਿ ਰਹੇ ਹਾਂ ਔਰ ਇੱਕ ਹਾਈ ਕਮਿਸ਼ਨ ਦੀ ਰਿਕੁਆਇਰਮੈਂਟ ਹੈ ਕਿ ਸਟੂਡੈਂਟ ਦੇ ਅਕਾਊਂਟ ਵਿੱਚ ਜਾਂ ਫਿਰ ਉਹਦੇ ਪੇਰੈਂਟਸ ਦੇ ਅਕਾਊਂਟ ਵਿੱਚ ਪੈਸਾ ਹੋਣਾ ਚਾਹੀਦਾ ਹੈ। 1 ਈਅਰ ਦੀ ਟਿਊਸ਼ਨ ਫੀ ਪਲੱਸ 9 ਮੰਥਸ ਦਾ ਜਿਹੜਾ ਸਾਡਾ ਲਿਵਿੰਗ ਐਕਸਪੈਂਸ ਹੈ, ਅਗਰ ਅਸੀਂ ਉਹ ਦਿਖਾ ਰਹੇ ਹਾਂ ਤਾਂ ਉਹ ਸਾਡੇ ਫੰਡਸ ਜੈਨੂਇਨ ਹੋਣੇ ਚਾਹੀਦੇ ਨੇ। ਜੈਨੂਇਨ ਕਿਸ ਤਰੀਕੇ ਨਾਲ ਫੰਡਸ ਹੋਣਗੇ, ਤੁਹਾਡੀਆਂ ਰਿਟਰਨ ਕਾਊਂਟ ਹੋਣਗੀਆਂ ਕਿ ਇਨਕਮ ਕਿੱਥੋਂ ਆਉਂਦੀ ਹੈ, ਤੁਹਾਡੀ ਸੇਵਿੰਗਸ ਕਿਸ ਤਰੀਕੇ ਨਾਲ ਬਣੀ ਹੈ, ਤੁਹਾਡੀ ਫੈਮਿਲੀ ਦੀਆਂ ਸੇਵਿੰਗਸ ਦੇਖੀਆਂ ਜਾਂਦੀਆਂ ਨੇ ਜਿਹਦੇ ਬੇਸਿਸ ਤੇ ਹੀ ਫੰਡਸ ਜੈਨੂਇਨ ਕਾਊਂਟ ਹੁੰਦੇ ਨੇ ਐਂਡ ਉਹ ਫੰਡਸ ਦੇ ਬੇਸਿਸ ਤੇ ਹੀ ਤੁਹਾਨੂੰ ਕੈਸ਼ ਲੈਟਰ ਮਿਲਦਾ ਹੈ। ਜਦੋਂ ਅਸੀਂ ਗੱਲ ਕਰ ਰਹੇ ਹਾਂ 70 ਪੁਆਇੰਟਸ, ਇੱਕ ਕੈਸ਼ ਲੈਟਰ ਲੈਣ ਦੇ ਲਈ 70 ਪੁਆਇੰਟਸ ਮੇਜਰ ਰੋਲ ਪਲੇ ਕਰ ਰਹੇ ਨੇ। 50 ਤੁਹਾਡੀ ਐਕੈਡੈਮਿਕਸ, 10 ਤੁਹਾਡੀ ਇੰਗਲਿਸ਼ ਐਂਡ 10 ਤੁਹਾਡੇ ਫੰਡਸ। ਸੋ ਇਹ ਤਿੰਨੋਂ ਚੀਜ਼ਾਂ ਤੁਹਾਡੀਆਂ ਬਹੁਤ ਅੱਛੀਆਂ ਹੋਣੀਆਂ ਚਾਹੀਦੀਆਂ ਨੇ। ਔਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਤੁਹਾਡੀ ਯੂਨੀਵਰਸਿਟੀ ਪ੍ਰੈਫਰੈਂਸ, ਤੁਹਾਡਾ ਕੋਰਸ ਪ੍ਰੈਫਰੈਂਸ। ਤੁਸੀਂ ਅਗਰ ਏਜੰਟ ਦੇ ਭਰੋਸੇ ਹੀ ਰਹਿੰਦੇ ਹੋ, ਤੁਸੀਂ BTech ਮਕੈਨੀਕਲ ਕੀਤੀ ਹੈ ਐਂਡ ਤੁਸੀਂ ਪ੍ਰੋਗਰਾਮ ਲੈ ਰਹੇ ਹੋ ਕੋਈ ਬਿਜ਼ਨਸ ਦਾ, ਤਾਂ ਡੈਫੀਨੇਟਲੀ ਵੀਜ਼ਾ ਚਾਂਸਸ ਘਟਣਗੇ ਨਾ ਕਿ ਵਧਣਗੇ ਕਿਉਂਕਿ ਤੁਸੀਂ ਪ੍ਰੋਗਰਾਮ ਨੂੰ ਰੈਲੇਵੈਂਟ ਨਹੀਂ ਕਰ ਰਹੇ। ਕੀ ਪੜ੍ਹਨ ਜਾਣਾ ਚਾਹੁੰਦੇ ਹੋ ਐਂਡ ਕੀ ਤੁਸੀਂ ਆਲਰੇਡੀ ਪੜ੍ਹੇ ਹੋ, ਉਹ ਆਪਸ ਵਿੱਚ ਕਿਤੇ ਨਾ ਕਿਤੇ ਮੈਚ ਕਰਨਾ ਚਾਹੀਦਾ ਹੈ, ਤਾਂ ਹੀ ਤੁਹਾਡਾ ਇੱਕ ਕਰੀਅਰ ਓਪਰਚੁਨਿਟੀਜ਼ ਦਿਖਦੀਆਂ ਨੇ ਕਿ ਉਹਦੇ 'ਚ ਤੁਸੀਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਚੂਜ਼ ਕੀਤਾ, ਪ੍ਰੋਗਰਾਮ ਆਪਣੀ ਸਟੱਡੀ ਦੇ ਰਿਲੇਟਡ ਚੂਜ਼ ਕਰ ਲਿਆ, ਦੈਨ ਤੁਹਾਡਾ ਫੀਸ ਸਟਰਕਚਰ, ਤੁਸੀਂ ਕਿੰਨੀ ਅਫੋਰਡ ਕਰ ਸਕਦੇ ਹੋ ਆਪਣੀ ਫੀਸ ਨੂੰ। ਫॉर ਐਗਜ਼ਾਮਪਲ ਤੁਸੀਂ ਰਿਟਰਨ ਆਪਣੀ ਦਿਖਾਈ ਹੈ 5-5.5 ਲੱਖ ਰੁਪਏ ਸਾਲ ਦੀ ਐਂਡ ਸੇਵਿੰਗਸ ਤੁਸੀਂ ਦਿਖਾ ਰਹੇ ਹੋ 20-25 ਲੱਖ ਰੁਪਏ ਜਿਹੜੇ ਤੁਹਾਡੇ ਅਕਾਊਂਟਸ ਵਿੱਚ ਪਏ ਹੈ ਐਂਡ ਫੀ ਤੁਸੀਂ ਬਜਟ ਤੁਸੀਂ ਲੈ ਰਹੇ ਹੋ 30-32 ਲੱਖ ਜਿਹੜਾ ਤੁਹਾਡਾ ਇੱਕ ਟੋਟਲ ਕੋਰਸ ਦੀ ਫੀਸ ਆਏਗੀ। ਸੋ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਕੋਰਿਲੇਟ ਕਰਨਗੀਆਂ ਕਿ ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਲੋਗੇ। ਸੋ ਆਪਣਾ ਜਦੋਂ ਵੀ ਪਲਾਨ ਕਰਦੇ ਹੋ ਆਪਣੀ ਸੇਵਿੰਗਸ, ਆਪਣੀ ਰਿਟਰਨਸ, ਆਪਣੀ ਇਨਕਮ ਦੇਖ ਕੇ ਯੂਨੀਵਰਸਿਟੀ ਸਿਲੈਕਟ ਕਰੋ ਸੋ ਦੈਟ ਕਿ ਯੂਨੀਵਰਸਿਟੀ ਦਾ ਜਿਹੜਾ ਫੀਸ ਸਟਰਕਚਰ ਹੈ ਉਹਦੇ ਨਾਲ ਕਿਤੇ ਨਾ ਕਿਤੇ ਮੈਚ ਕਰਦਾ ਹੋਏ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਇਹ ਤੁਹਾਡੀ ਇੱਕ ਕੋਰਸ ਪ੍ਰੈਫਰੈਂਸ ਹੋ ਗਈ, ਯੂਨੀਵਰਸਿਟੀ ਹੋ ਗਈ ਐਂਡ ਉਸ ਤੋਂ ਬਾਅਦ ਗੱਲ ਆ ਜਾਂਦੀ ਤੁਹਾਡੀ ਇੰਟਰਵਿਊ ਪ੍ਰੈਪਰੇਸ਼ਨਸ ਦੀ। ਯੂਨੀਵਰਸਿਟੀ ਤੁਹਾਨੂੰ ਪਤਾ ਹੈ ਕਿ ਮੈਕਸਿਮਮ ਯੂਨੀਵਰਸਿਟੀਜ਼ ਇਸ ਟਾਈਮ ਇੰਟਰਵਿਊ ਲੈਂਦੀਆਂ ਕੈਸ਼ ਲੈਟਰ ਦੇ ਟਾਈਮ ਤੇ। ਈਵਨ ਐਮਬੈਸੀ ਵੀ ਤੁਹਾਨੂੰ ਇੰਟਰਵਿਊ ਲੈਂਦੀ ਹੈ ਜਦੋਂ ਤੁਹਾਡੀ ਫਾਈਲ ਲਾਂਚ ਹੋ ਜਾਂਦੀ ਹੈ। ਸੋ ਅਸੀਂ ਇੰਟਰਵਿਊ ਦੇ ਲਈ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪ੍ਰਿਪੇਅਰ ਕਰ ਰਹੇ ਹਾਂ ਕਿ ਸਾਨੂੰ ਸਾਰੀ ਨੌਲੇਜ ਹੈ ਆਪਣੀ ਫਾਈਲ ਦੇ ਰਿਲੇਟਡ, ਸਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੈ ਕਿ ਅਸੀਂ ਇੰਟਰਵਿਊ ਦੇ ਵਿੱਚ ਕੀ ਕੁਐਸਚਨਸ ਪੁੱਛਣੇ ਆ ਜਾਂ ਐਮਬੈਸੀ ਆਫਿਸਰ ਜੋ ਸਾਨੂੰ ਪੁੱਛ ਰਿਹਾ ਅਸੀਂ ਉਹਦੇ ਆਨਸਰ ਸਹੀ ਤਰੀਕੇ ਨਾਲ ਦੇ ਸਕਦੇ ਹਾਂ ਜਾਂ ਨਹੀਂ। ਸੋ ਇੰਟਰਵਿਊ ਦੀ ਤਿਆਰੀ ਅੱਛੀ ਤਰ੍ਹਾਂ ਕਰੋ ਐਂਡ ਇੰਟਰਵਿਊ ਦੀ ਤਿਆਰੀ ਦੇ ਲਈ ਆਪਣੇ ਕੰਸਲਟੈਂਟ ਨੂੰ ਜ਼ਰੂਰ ਮਿਲੋ, ਉਹਨਾਂ ਕੋਲ ਐਡਵਾਈਸ ਲਓ ਐਂਡ ਈਵਨ ਤੁਸੀਂ ਖੁਦ ਰਿਸਰਚ ਕਰ ਸਕਦੇ ਹੋ ਕਿ ਤੁਸੀਂ ਇੰਟਰਵਿਊ ਕਿਸ ਤਰੀਕੇ ਨਾਲ ਦੇਣੀ ਹੈ।
ਇਹ ਸਾਰੇ ਮੇਜਰ ਪਾਰਟ ਰਹਿੰਦੇ ਨੇ ਇੱਕ ਅੱਛੀ ਫਾਈਲ ਬਣਨ 'ਚ। ਹੁਣ ਕਿਹੜੇ ਕਾਰਨ ਹੈ ਜਿਨ੍ਹਾਂ ਕਰਕੇ ਵੀਜ਼ਾ ਰਿਫਿਊਜ਼ ਹੋ ਰਹੇ ਨੇ? ਵੀਜ਼ਾ ਰਿਫਿਊਜ਼ਲ ਦਾ ਪਹਿਲਾ ਕਾਰਨ ਆ ਜਾਂਦਾ ਹੈ ਤੁਹਾਡੀ ਅਕੈਡਮਿਕ ਸਟੱਡੀ ਇਨ ਦਾ ਸੈਂਸ ਕਿ ਤੁਸੀਂ ਰੀਸੈਂਟ ਪਾਸ ਆਊਟ ਨਹੀਂ ਹੋ। ਫੋਰ ਐਗਜ਼ਾਮਪਲ ਤੁਸੀਂ 4 ਸਾਲ ਦੇ ਤੁਹਾਡੀ ਐਜੂਕੇਸ਼ਨ ਦਾ ਗੈਪ ਹੈ, ਬਟ ਤੁਸੀਂ ਗੈਪ ਨੂੰ ਜਸਟੀਫਾਈ ਨਹੀਂ ਕਰ ਪਾਏ ਕਿ ਤੁਹਾਡਾ ਉਹ ਗੈਪ ਕਿਉਂ ਰਿਹਾ, ਤਾਂ ਇੱਕ ਨੈਗੇਟਿਵ ਪਾਰਟ ਆ ਗਿਆ ਜਿਹਦੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਸੈਕਿੰਡ, ਇੰਗਲਿਸ਼ ਲੈਂਗੁਏਜ। ਤੁਸੀਂ ਕੈਸ਼ ਲੈਟਰ ਲਿਆ ਔਨ ਦਾ ਬੇਸਿਸ ਆਫ ਡੋਲਿੰਗੋ ਜਾਂ ਔਨ ਦਾ ਬੇਸਿਸ ਆਫ ਤੁਸੀਂ ਇੰਗਲਿਸ਼ ਦੇ ਮਾਰਕਸ ਦੇ ਉੱਪਰ ਜਿਹੜੇ ਕਲਾਸ 12 ਦੇ ਸੀਗੇ, ਲੇਕਿਨ ਜਦੋਂ ਐਮਬੈਸੀ ਨੇ ਤੁਹਾਡੀ ਇੰਟਰਵਿਊ ਲਈ ਤੁਹਾਡਾ ਕਮਿਊਨੀਕੇਸ਼ਨ ਸਕਿੱਲ ਬਹੁਤ ਜ਼ਿਆਦਾ ਲੋ ਸੀ, ਜਿਹਦੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਥਰਡ, ਅਸੀਂ ਗੱਲ ਕਰਦੇ ਹਾਂ ਫੰਡਸ ਦੀ। ਫੰਡਸ ਤੁਹਾਡੇ ਜੈਨੂਇਨ ਸੀ, ਲੇਕਿਨ ਫੰਡਸ ਦੀ ਨੌਲੇਜ ਨਹੀਂ ਸੀ ਤੁਹਾਨੂੰ ਕਿ ਤੁਹਾਡੇ ਕਿਹੜੇ ਅਕਾਊਂਟ ਵਿੱਚ ਪੈਸਾ ਪਿਆ, ਕਿਹਦੇ ਨਾਮ ਤੇ ਪੈਸਾ ਪਿਆ ਐਂਡ ਬੈਂਕ ਦਾ ਅਕਾਊਂਟ ਨੰਬਰ ਕੀ ਹੈ। ਅਗਰ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਹੀ ਨਹੀਂ ਹੈ ਤਾਂ ਫਿਰ ਵੀ ਵੀਜ਼ਾ ਰਿਫਿਊਜ਼ ਹੋ ਸਕਦਾ ਹੈ, ਲੈਕ ਆਫ ਕਮਿਊਨੀਕੇਸ਼ਨ ਐਂਡ ਲੈਕ ਆਫ ਨੌਲੇਜ। ਸੋ ਇਹ ਤੁਹਾਡੀਆਂ ਚੀਜ਼ਾਂ ਬਹੁਤ ਜ਼ਿਆਦਾ ਸਟਰੋਂਗ ਹੋਣੀਆਂ ਚਾਹੀਦੀਆਂ ਨੇ। ਸਟਰੋਂਗ ਇਨ ਦਾ ਸੈਂਸ ਕਿ ਤੁਹਾਨੂੰ ਖੁਦ ਨੌਲੇਜ ਹੋਣੀ ਚਾਹੀਦੀ ਹੈ ਕਿ ਤੁਸੀਂ ਕੀ ਬੋਲ ਰਹੇ ਹੋ ਐਂਡ ਤੁਸੀਂ ਕਿਸ ਤਰੀਕੇ ਨਾਲ ਆਪਣੀ ਫਾਈਲ ਨੂੰ ਇੰਟਰਵਿਊ ਐਮਬੈਸੀ ਆਫਿਸਰ ਦੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਹੋ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਰੋਲ ਹਮੇਸ਼ਾ ਹੀ ਰਿਹਾ। ਯੂਨੀਵਰਸਿਟੀ ਚੂਜ਼ ਕਰਨ ਤੋਂ ਪਹਿਲਾਂ ਰੈਂਕ ਜ਼ਰੂਰ ਦੇਖੋ, ਯੂਨੀਵਰਸਿਟੀ ਦਾ ਰੈਂਕ ਕਿਸ ਤਰੀਕੇ ਦਾ, ਅਦਰਵਾਈਜ਼ ਤੁਹਾਨੂੰ ਉੱਥੇ ਜਾ ਕੇ ਵੀ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ। ਪ੍ਰੋਗਰਾਮ ਤੁਸੀਂ ਚੂਜ਼ ਕੀਤਾ ਐਂਡ ਤੁਸੀਂ ਆਪਣੀਆਂ ਇੰਟੈਂਸ਼ਨਸ ਬਹੁਤ ਪੋਜ਼ਿਟਿਵ ਦਿਖਾਓ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਆਪਣੀ ਹੋਮ ਕੰਟਰੀ ਜਾ ਕੇ ਇੱਥੇ ਜੌਬ ਕਰੋਗੇ ਜਾਂ ਆਪਣਾ ਕੋਈ ਬਿਜ਼ਨਸ ਕਰੋਗੇ, ਉਹਨੂੰ ਕਿਸ ਤਰੀਕੇ ਨਾਲ ਰਿਲੇਟ ਕਰੋਗੇ ਆਪਣੇ ਕੋਰਸ ਦੇ ਨਾਲ ਕਿ ਇਸ ਕੋਰਸ ਨੂੰ ਪੜ੍ਹ ਕੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਕੰਟਰੀ ਜਾ ਕੇ ਜੌਬ ਕਰੋਗੇ। ਇਹ ਸਭ ਚੀਜ਼ਾਂ ਆਪਸ ਵਿੱਚ ਕੋਰਿਲੇਟ ਕਰਨੀਆਂ ਚਾਹੀਦੀਆਂ, ਤਾਂ ਹੀ ਤੁਹਾਡਾ ਵੀਜ਼ਾ ਦੇ ਚਾਂਸਸ ਹਾਈ ਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਸਾਡੇ ਇੱਕ ਫੰਡਸ ਰਿਜੈਕਸ਼ਨ ਵਿੱਚ ਕਿਹੜੇ ਮੇਜਰ ਪਾਰਟ ਹੈ ਜਿਹਨੂੰ ਅਸੀਂ ਸੋਲਵ ਕਰਨਾ ਹੀ ਹੈ, ਤਾਂ ਹੀ ਸਾਡੀ ਫਾਈਲ ਜਿਹੜੀ ਇੱਕ ਸਟਰੋਂਗ ਬਣਦੀ ਹੈ। ਬਟ ਕਿਹੜੇ ਕਾਰਨ ਹੈ ਕਿ ਬੱਚੇ ਦਾ ਵੀਜ਼ਾ ਲੱਗ ਵੀ ਗਿਆ ਫਿਰ ਵੀ ਵੀਜ਼ਾ ਕੈਂਸਲ ਹੋ ਗਿਆ? ਸੋ ਉਹਦੇ ਵਿੱਚ ਜਿਹੜਾ ਮੇਜਰ ਰੋਲ ਹੈ, ਵੀਜ਼ਾ ਤੁਹਾਡਾ ਲੱਗ ਗਿਆ ਮੇਜਰਲੀ ਕੁਝ ਜਿੱਦਾਂ ਕਿ ਇਹਦੇ ਵਿੱਚ ਮੇਜਰ ਪੁਆਇੰਟ ਆ ਸਕਦਾ ਹੈ ਕਿ ਸਪਾਊਸ ਕੇਸ ਵਿੱਚ ਮੇਨ ਐਪਲੀਕੈਂਟ ਦਾ ਵੀਜ਼ਾ ਲੱਗਣ ਤੋਂ ਬਾਅਦ ਵੀ ਕੈਂਸਲ ਹੋ ਸਕਦਾ ਹੈ ਐਂਡ ਹੋਏ ਹੈ ਇੱਦਾਂ ਦੇ ਕੇਸਿਸ। ਮੇਰੇ ਨਾਲ ਸਟੂਡੈਂਟ ਨੇ ਡਿਸਕਸ ਵੀ ਕੀਤੇ ਹੈ। ਲਾਈਕ ਉਹਦੇ ਵਿੱਚ ਕੀ ਤੁਹਾਡੇ ਵੱਲੋਂ ਗਲਤੀ ਕੀ ਹੋ ਸਕਦੀ ਹੈ ਕਿ ਤੁਹਾਨੂੰ ਏਜੰਟ ਨੇ ਗਾਈਡ ਕੀਤਾ ਕਿ ਪਹਿਲਾਂ ਤੁਸੀਂ ਆਪਣੀ ਸਿੰਗਲ ਫਾਈਲ ਕਰ ਲਓ ਐਂਡ ਜਦੋਂ ਤੁਹਾਡਾ ਵੀਜ਼ਾ ਅਪਰੂਵ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਸਪਾਊਸ ਦੀ ਫਾਈਲ ਲਗਾ ਲਿਓ। ਇੱਦਾਂ ਦਾ ਇੱਕ ਕੇਸ ਮੇਰੇ ਨਾਲ ਕਿਸੇ ਸਟੂਡੈਂਟ ਨੇ ਡਿਸਕਸ ਕੀਤਾ ਸੀ ਐਂਡ ਸੇਮ ਚੀਜ਼ ਉਹਦੇ ਨਾਲ ਹੋਈ ਕਿ ਉਹਦਾ ਵੀਜ਼ਾ, ਬੱਚੇ ਦਾ ਵੀਜ਼ਾ ਆ ਗਿਆ, ਗ੍ਰੈਜੂਏਟ ਸਟੂਡੈਂਟ ਸੀ, ਲੇਕਿਨ ਏਜੰਟ ਨੇ ਉਹਨੂੰ ਸਹੀ ਗਾਈਡ ਨਹੀਂ ਕੀਤਾ ਕਿਉਂਕਿ ਉਹ ਪਹਿਲਾਂ ਮੇਨ ਐਪਲੀਕੈਂਟ ਦੀ ਫਾਈਲ ਲਗਾਉਣਾ ਚਾਹੁੰਦੇ ਸੀ। ਮੇਨ ਐਪਲੀਕੈਂਟ ਦਾ ਵੀਜ਼ਾ ਆ ਗਿਆ, ਜਦੋਂ ਸਪਾਊਸ ਦੀ ਫਾਈਲ ਲਗਾਈ ਤਾਂ ਸਪਾਊਸ ਦੀ ਫਾਈਲ ਦਾ ਡਿਸੀਜਨ ਤਾਂ ਨੈਗੇਟਿਵ ਆਣਾ ਹੀ ਆਣਾ ਸੀ, ਮੇਨ ਐਪਲੀਕੈਂਟ ਦਾ ਵੀਜ਼ਾ ਵੀ ਕੈਂਸਲ ਹੋ ਗਿਆ। ਉਹਦੇ ਪਿੱਛੇ ਰੀਜ਼ਨ ਕੀ ਸੀ ਕਿ ਤੁਹਾਡੀਆਂ ਇੰਟੈਂਸ਼ਨਸ। ਜਦੋਂ ਮੇਨ ਐਪਲੀਕੈਂਟ ਦੀ ਫਾਈਲ ਲੱਗੀ ਤਾਂ ਉਦੋਂ ਉਹ ਕਹਿ ਰਹੇ ਸੀਗੇ ਕਿ ਮੈਂ ਇੱਕ ਕਰੀਅਰ ਓਰੀਐਂਟਡ ਸਟੂਡੈਂਟ ਹਾਂ, ਕਿ ਮੈਂ ਉੱਥੇ ਜਾ ਕੇ ਪੜ੍ਹਨਾ ਚਾਹੁੰਦੀ ਹਾਂ, ਮੇਰੀ ਫੈਮਿਲੀ ਮੈਨੂੰ ਸਪੋਰਟ ਕਰੇਗੀ ਫਰੋਮ ਇੰਡੀਆ। ਜਿੱਦਾਂ ਹੀ ਵੀਜ਼ਾ ਆ ਗਿਆ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹੈ ਮੇਨ ਐਪਲੀਕੈਂਟ, ਜਿਹਦੇ ਕਰਕੇ ਵੀਜ਼ਾ ਰੋਂਗ 100% ਕੈਂਸਲ ਹੀ ਹੋਏਗਾ ਕਿਉਂਕਿ ਐਮਬੈਸੀ ਆਫਿਸਰ ਨੂੰ ਉਹਨਾਂ ਦੀਆਂ ਇੰਟੈਂਸ਼ਨਸ ਰੋਂਗ ਦਿਖਣਗੀਆਂ। ਸੋ ਜਦੋਂ ਤੁਸੀਂ ਆਪਣੀ ਇੰਟੈਂਸ਼ਨਸ ਖੁਦ ਹੀ ਗਲਤ ਦੱਸ ਰਹੇ ਹੋ ਤਾਂ ਵੀਜ਼ਾ ਲੱਗਿਆ ਹੋਇਆ ਵੀ ਕੈਂਸਲ ਹੋ ਸਕਦਾ ਹੈ। ਸੈਕਿੰਡ, 에ਅਰਪੋਰਟ ਤੇ ਕੁਐਸਚਨਸ ਪੁੱਛੇ ਜਾਂਦੇ ਜਿਸ ਤਰੀਕੇ ਨਾਲ ਕੈਸ਼ ਲੈਟਰ ਦੇ ਲਈ ਇੰਟਰਵਿਊ ਆਉਂਦੀ ਹੈ, ਐਮਬੈਸੀ ਆਫਿਸਰ ਤੁਹਾਨੂੰ ਵੀਜ਼ਾ ਗ੍ਰਾਂਟ ਤੋਂ ਪਹਿਲਾਂ ਇੰਟਰਵਿਊ ਲੈਂਦਾ ਹੈ। ਸੇਮ 에ਅਰਪੋਰਟ ਤੇ ਵੀ ਤੁਹਾਡੇ ਕੋਲ ਕੁਐਸਚਨਸ ਪੁੱਛੇ ਜਾ ਸਕਦੇ ਨੇ, ਉੱਥੇ ਵੀ ਇਮੀਗ੍ਰੇਸ਼ਨ ਆਫਿਸਰ ਬੈਠੇ ਨੇ ਜਿਹੜੇ ਤੁਹਾਡੇ ਕੋਲ ਕੁਝ ਵੀ ਪੁੱਛ ਸਕਦੇ ਨੇ ਤੁਹਾਡੀ ਫਾਈਲ ਦੇ ਰਿਲੇਟਡ, ਬਟ ਤੁਸੀਂ ਅਗਰ ਆਨਸਰ ਸਹੀ ਨਹੀਂ ਦੋਗੇ ਤਾਂ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਸੋ ਆਪਣੀ ਫਾਈਲ ਨੂੰ ਖੁਦ ਵੀ ਨੈਗੇਟਿਵ ਬਣਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਡਾਕੂਮੈਂਟਸ ਅੱਛੇ ਹੈ, ਤੁਸੀਂ ਅੱਛੀ ਸਟੱਡੀ ਕੀਤੀ ਹੈ, ਅੱਗੇ ਵੀ ਅੱਛੀ ਯੂਨੀਵਰਸਿਟੀ 'ਚ ਪੜ੍ਹਨ ਜਾ ਰਹੇ ਹੋ, ਸਿਰਫ ਇੱਕ ਕਮਿਊਨੀਕੇਸ਼ਨ ਗੈਪ ਦੇ ਕਰਕੇ ਸਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਸੋ ਆਪਣੇ ਕੌਨਫੀਡੈਂਸ ਨੂੰ ਗਰੂਮ ਕਰਨ ਲਈ, ਆਪਣੇ ਇੰਟਰਵਿਊ ਦੀ ਅੱਛੀ ਤਰੀਕੇ ਨਾਲ ਤਿਆਰੀ ਕਰਨ ਲਈ, ਕਿਸ ਤਰੀਕੇ ਨਾਲ ਤੁਸੀਂ ਕੁਐਸਚਨਸ ਦੇ ਆਨਸਰ ਦੇਣੇ ਹੈ, ਇਹਨਾਂ ਸਾਰੇ ਡਾਊਟਸ ਨੂੰ ਕਲੀਅਰ ਕਰਨ ਲਈ ਇੱਕ ਵਾਰ ਆਫਿਸ ਜ਼ਰੂਰ ਵਿਜ਼ਿਟ ਕਰੋ, ਸਾਨੂੰ ਮਿਲੋ, ਆਪਣੇ ਡਾਕੂਮੈਂਟਸ ਸ਼ੇਅਰ ਕਰੋ। ਅਗਰ ਤੁਹਾਡੀ ਕੋਈ ਰਿਜੈਕਸ਼ਨ ਵੀ ਆ ਚੁੱਕੀ ਹੈ ਫਿਰ ਵੀ ਤੁਸੀਂ ਰਿਜੈਕਸ਼ਨ ਲੈਟਰ ਸ਼ੇਅਰ ਜ਼ਰੂਰ ਕਰੋ ਸੋ ਡੈਟ ਕਿ ਉਹਦਾ ਕਿਤੇ ਨਾ ਕਿਤੇ ਸੋਲੂਸ਼ਨ ਨਿਕਾਲ ਕੇ ਦੁਬਾਰਾ ਫਾਈਲ ਲਗਾ ਕੇ ਵੀਜ਼ਾ ਗ੍ਰਾਂਟ ਲਿਆ ਜਾਏ। ਸੋ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਡਾਊਟ ਲੱਗਦਾ ਜਲੰਧਰ ਆਫਿਸ ਵਿਜ਼ਿਟ ਕਰੋ, ਅਦਰਵਾਈਜ਼ ਸਾਡੇ ਕੰਟੈਕਟ ਨੰਬਰ ਤੇ ਕਾਲ ਕਰੋ। ਥੈਂਕ ਯੂ ਸੋ ਮਚ।